ਸੋ ਬੁਲਟਨ ਦਾ ਆਗਾਜ਼ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ HSGPC ਬਾਰੇ। ਸੁਪਰੀਮ ਕੋਰਟ ਦੇ ਫੈਸਲੇ ਦੀ ਮੁਖਾਲਫਤ ਲਗਾਤਾਰ ਜਾਰੀ ਹੈ ਤੇ ਸ਼੍ਰੋਮਣੀ ਕਮੇਟੀ ਮੈਂਬਰ ਅੱਜ ਅੰਮ੍ਰਿਤਸਰ ਵਿੱਚ ਰੋਸ ਮੁਜ਼ਾਹਰਾ ਕਰਨਗੇ। ਅੱਜ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਇਸ ਫੈਸਲੇ ਦੇ ਖਿਲਾਫ ਮੁਖਾਲਫਤ ਕੀਤੀ ਜਾਣੀ ਹੈ, ਮੁਜ਼ਾਹਰਾ ਕੀਤਾ ਜਾਣਾ ਹੈ। ਸ਼੍ਰੀ ਦਰਬਾਰ ਸਾਹਿਬ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਰੋਸ ਮਾਰਚ ਕੱਢਿਆ ਜਾਏਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਦੇ ਵਿੱਚ DC ਨੂੰ ਕੇਂਦਰ ਦੇ ਨਾਮ ਮੰਗ ਪੱਤਰ ਵੀ ਸੌਂਪਿਆ ਜਾਏਗਾ। SGPC ਵੱਲੋਂ ਕੇਂਦਰ ਨੂੰ ਮੁੜ ਤੋਂ ਫੈਸਲੇ ਦੇ ਖਿਲਾਫ ਰਿਵਿਊ ਪਟੀਸ਼ਨ ਪਾਉਣ ਦੀ ਅਪੀਲ ਜਿਹੜੀ ਹੈ ਉਹ ਕੀਤੀ ਜਾਏਗੀ। ਲਗਾਤਾਰ ਇਸ ਮਾਮਲੇ ਦੇ ਵਿੱਚ ਮੁਖਾਲਫਤ ਜੋ ਕੋਰਟ ਦਾ ਫੈਸਲਾ ਆਇਆ ਹੈ HSGPC ਨੂੰ ਲੈ ਕੇ ਅਤੇ ਸਖਤ ਸ਼ਬਦ ਜਿਹੜੇ ਨੇ ਉਹਨਾਂ ਦਾ ਵੀ ਇਸਤੇਮਾਲ ਜਿਹੜਾ ਹੈ ਕਮੇਟੀ ਮੈਂਬਰਾਂ ਵੱਲੋਂ ਕੀਤਾ ਗਿਆ। ਖਾਸ ਤੌਰ ਤੇ ਪ੍ਰਧਾਨ ਹਰਜਿੰਦਰ ਧਾਮੀ ਦਾ ਇਹ ਕਹਿਣਾ ਹੈ ਕਿ ਇਹ ਵੰਡ ਪਾਉਣ ਦੀ ਕੋਸ਼ਿਸ਼ ਹੈ ਤੇ तमाम ਜਿਹੜੇ ਸਿੱਖ ਆਗੂ ਨੇ ਜਥੇਬੰਦੀਆਂ ਨੂੰ ਇੱਕ ਮੰਚ ਤੇ ਇਸ ਮਸਲੇ ਨੂੰ ਲੈ ਕੇ ਇਕੱਠੇ ਹੋਣਾ ਚਾਹੀਦਾ। ਮਨਿੰਦਰ ਮੰਗਾ ਦੇ ਨਾਲ ਗੱਲ ਕਰਦੇ ਆ। ਮਨਿੰਦਰ, ਜਿਸ ਨਾਲ ਇਸ ਫੈਸਲੇ ਦੀ ਮੁਖਾਲਫਤ ਲਗਾਤਾਰ ਕੀਤੀ ਜਾ ਰਹੀ ਹੈ, ਅੱਜ ਇੱਥੇ ਰੋਸ ਮਾਰਚ ਕੱਢਿਆ ਜਾਣਾ ਹੈ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ, ਕੀ ਕੁਝ ਇਸ ਵੇਲੇ ਦੀ ਤਸਵੀਰ ਔਰ ਕੀ ਕੁਝ ਕਿਹਾ ਜਾ ਰਿਹਾ? देखो राधा, सुप्रीम कोर्ट वालों हरियाणा सिख गुरुद्वारा मैनेजमेंट एक्ट 2014 ਨੂੰ ਮਾਨਤਾ ਦੇ ਕੇ ਹਰਿਆਣਾ ਨਾਲ ਸੰਬੰਧਿਤ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਨੂੰ ਸ਼੍ਰੋਮਣੀ ਕਮੇਟੀ ਤੋਂ ਅੱਡ ਕਰਨ ਦਾ ਜਿਹੜਾ ਫੈਸਲਾ ਲਿਆ ਗਿਆ ਉਸ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਸੰਬੰਧ ਵਿੱਚ 30 ਤਰੀਕ ਨੂੰ ਬੀਤੀ 30 ਸਤੰਬਰ ਨੂੰ ਇੱਕ ਵਿਸ਼ੇਸ਼ ਇਜਲਾਸ ਸੱਦਿਆ ਗਿਆ ਜਿਸ ਦੇ ਵਿੱਚ ਕਈ ਅਨੇਕਾਂ ਅਹਿਮ ਫੈਸਲੇ ਲਏ ਗਏ, ਜਿਨ੍ਹਾਂ ਵਿੱਚੋਂ ਇੱਕ ਸੀ 4 ਅਕਤੂਬਰ ਨੂੰ ਸ੍ਰੀ ਦਰਬਾਰ ਸਾਹਿਬ ਤੋਂ DC ਦਫ਼ਤਰ ਤੱਕ ਇੱਕ ਵਿਸ਼ਾਲ ਰੋਸ ਮਾਰਚ ਕੱਢਿਆ ਜਾਣਾ। ਤਾਂ ਅਸੀਂ ਤਸਵੀਰਾਂ ਸਾਂਝੀਆਂ ਕਰ ਰਹੇ ਸ੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਪ੍ਰਵੇਸ਼ ਦੁਆਰ ਦੀਆਂ, ਜਿੱਥੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਇਜਲਾਸ ਦੇ ਫੈਸਲੇ ਅਨੁਸਾਰ ਇੱਕ ਵਿਸ਼ਾਲ ਰੋਸ ਮਾਰਚ ਕੱਢਣ ਦੀ ਤਿਆਰੀਆਂ ਜਿਹੜੀਆਂ ਮੁਕੰਮਲ ਨੇ। ਔਰ ਖਾਸ ਗੱਲ ਇਹ ਹੈ ਕਿ ਇਸ ਰੋਸ ਮਾਰਚ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਮੂਹ ਮੈਂਬਰ ਸਹਿਬਾਨ, ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਅਤੇ ਮੁਲਾਜ਼ਮ ਸਾਰੇ ਕਾਲੀਆਂ ਦਸਤਾਰਾਂ ਸਜਾ ਕੇ ਤੇ ਬੀਬੀਆਂ ਕਾਲੀਆਂ ਚੁੰਨੀਆਂ ਲੈ ਕੇ ਜੋ ਇੱਥੇ ਪਹੁੰਚੀਆਂ ਨੇ, ਇੱਕ ਸੰਕੇਤਕ ਰੂਪ ਦੇ ਵਿੱਚ ਆਪਣਾ ਰੋਸ ਜਿਹੜਾ ਜਤਾਇਆ ਜਾ ਰਿਹਾ। ਤਾਂ ਇਹ ਹੁਣ ਰੋਸ ਮਾਰਚ ਕੁਝ ਹੀ ਪਲਾਂ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਪ੍ਰਵੇਸ਼ ਦੁਆਰ ਤੋਂ ਆਰੰਭ ਹੋਊਗਾ ਔਰ ਉਸ ਤੋਂ ਬਾਅਦ ਇਸੇ ਤਰ੍ਹਾਂ ਚੱਲਦਾ ਹੋਇਆ डिप्टी कमिश्नर दफ्तर पहुंचूगा, जिथे प्रधानमंत्री नरेंद्र मोदी के नाम से एक मंग पत्र दिता जाऊगा और सरकार को एक अपील की जाऊगी कि वह सुप्रीम कोर्ट के एक रिव्यू पटीशन पा के इस फैसले को पलटन के लिए जो है वो कार्रवाई करन ਤਾਂ ਜੋ ਇਸ ਫੈਸਲੇ ਨੂੰ ਬਦਲਿਆ ਜਾ ਸਕੇ। ਉਹ ਜੋ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 2014 ਨੂੰ ਮਾਨਤਾ ਦਿੱਤੀ ਗਈ ਉਸ ਨੂੰ ਰੱਦ ਕੀਤਾ ਜਾ ਸਕੇ। ਤਾਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇੱਥੇ ਪਹੁੰਚ ਚੁੱਕੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਔਰ ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਕਮੇਟੀ ਮੈਂਬਰਾਂ ਸਮੁੱਚੀ ਐਗਜ਼ੈਕਟਿਵ ਜਿਹੜੀ ਹੈ ਉਹ ਪਹੁੰਚ ਚੁੱਕੀ ਹੈ। ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਭਾਈ ਮਨਜੀਤ ਸਿੰਘ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਭਾਈ ਸਾਹਿਬ, ਇੱਕ ਵੱਡਾ ਫੈਸਲਾ ਲਿਆ ਗਿਆ। ਜੇ ਅਸੀਂ ਪਿਛੋਕੜ ਝਾਤ ਮਾਰੀਏ ਤਾਂ ਪੰਜਾਬੀਆਂ ਦੀ ਸਭ ਤੋਂ ਵੱਧ ਕੁਰਬਾਨੀਆਂ ਨੇ ਦੇਸ਼ ਨੂੰ ਆਜ਼ਾਦ ਕਰਨ 'ਚ, ਦੇਸ਼ ਦੀ ਰੱਖਿਆ ਕਰਨ 'ਚ। ਉਸ ਤੋਂ ਬਾਅਦ ਪੰਜਾਬ ਨੂੰ ਛੋਟਾ ਕੀਤਾ ਗਿਆ, ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ, ਤੇ ਹੁਣ ਜੋ ਹਮਲਾ ਕੀਤਾ ਗਿਆ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਇਹ 1925 ਦਾ ਐਕਟ ਜਿਹੜਾ ਉਹਨੂੰ ਵਾਇਲੇਟ ਕੀਤਾ ਗਿਆ ਹੈ। ਉਹ ਬਹੁਤ ਕੁਰਬਾਨੀਆਂ, ਸ਼ਹੀਦੀਆਂ, ਜੇਲ੍ਹਾਂ ਤੋਂ ਬਾਅਦ ਜਿਹੜਾ ਹੈ ਔਰ ਘਰੋਂ ਬਘਾਰ ਹੋ ਗਏ, ਸਿੱਖ ਕੁਰਕੀਆਂ ਹੋ ਗਈਆਂ। ਤੇ ਉਦੋਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੋਂਦ ਵਿੱਚ ਆਈ ਸੀ। ਲੇਕਿਨ ਅਸੀਂ ਵਾਰ-ਵਾਰ ਟਾਈਮ ਮੰਗਦੇ ਰਹੇ ਮੋਦੀ ਸਾਹਿਬ ਤੋਂ, ਅਮਿਤ ਸ਼ਾਹ ਜੀ ਤੋਂ, ਸਾਨੂੰ ਟਾਈਮ ਨਹੀਂ ਦਿੱਤਾ ਗਿਆ। ਬੰਦੀ ਸਿੰਘਾਂ ਵਾਸਤੇ ਮੰਗਦੇ ਰਹੇ ਆ ਔਰ ਇਹ ਹਰਿਆਣਾ ਦੀ ਕਮੇਟੀ ਵਾਸਤੇ ਮੰਗਦੇ ਆ, ਲੇਕਿਨ ਉਹਨਾਂ ਨੇ ਬੜੀ ਸਾਜ਼ਿਸ਼। ਜਿੱਥੇ ਮੁਲਾਕਾਤ ਦਾ ਟਾਈਮ ਨਹੀਂ ਦਿੱਤਾ ਗਿਆ ਉੱਥੇ ਇਨਸਾਫ ਦੀ ਕੀ ਉਮੀਦ ਰੱਖਦੇ ਹੋ? ਔਰ ਵੇਖੋ, ਜਿਹੜੇ ਦੇਸ਼ ਅਸੀਂ ਰਹਿੰਦੇ ਆ, ਜਿਹੜੇ ਦੇਸ਼ ਲਈ ਕੁਰਬਾਨੀਆਂ ਕੀਤੀਆਂ, ਜੇਲ੍ਹਾਂ ਕੱਟੀਆਂ, ਸ਼ਹੀਦੀਆਂ ਦਿੱਤੀਆਂ, ਤੇ ਉੱਥੇ ਫਿਰ ਗੱਲਬਾਤ ਕਰਨ ਵਾਸਤੇ ਸਾਨੂੰ ਟਾਈਮ ਉਹਨਾਂ ਨੂੰ ਦੇਣਾ ਚਾਹੀਦਾ। ਅਸੀਂ ਇਹ ਦੇਸ਼ ਦੇ ਵਸਿੰਦੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਵਉੱਚ ਸੰਸਥਾ ਹੈ ਔਰ ਬਹੁਤ ਵੱਡੀਆਂ ਕੁਰਬਾਨੀਆਂ ਨੇ, ਜੇਲ੍ਹਾਂ ਨੇ। ਹੁਣ ਹਿੰਦੁਸਤਾਨ ਦੇ ਵਿੱਚ ਬੜੇ ਵੱਡੇ ਇੱਥੇ ਆਪਣੇ ਫਲੱਡ ਆਏ ਆ, ਕੋਵਿਡ ਆਇਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜਾ ਵੱਡਾ ਸਾਥ ਦਿੱਤਾ ਔਰ ਲੰਗਰ ਲਾਇਆ ਔਰ ਨਾਲ ਦੀ ਨਾਲ ਆਕਸੀਜਨ ਦੇ ਲੰਗਰ ਲਾਤੇ ਅਸੀਂ ਔਰ ਦਵਾਈਆਂ ਦੇ ਲੰਗਰ ਲਾਤੇ। ਸੋ ਸਾਰਾ ਕੁਝ ਅਸੀਂ ਹਿੰਦੁਸਤਾਨ ਵਾਸਤੇ ਕੀਤਾ ਤੇ ਹਿੰਦੁਸਤਾਨ ਦੇ ਜਿਹੜੇ ਹਾਕਮ ਜੋ ਸਾਡੀ ਗੱਲ ਨਹੀਂ ਸੁਣ ਸਕਦੇ, ਉਹਨਾਂ ਦਾ ਫਰਜ਼ ਬਣਦਾ ਸਾਡੀ ਗੱਲ ਸੁਣਦਾ। ਸਿੱਖ ਭਾਵਨਾਵਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। बिल्कुल की जा रही है। आवाज़ जी हैगी सिख कौम की बुलंद कर रही है श्रोमणी गुरुद्वारा प्रबंधक कमेटी, तो वो सुनी जानी चाहिए है। सो ये नहीं है कि अज BJP की सरकार है इत्थे तो उन्होंने हर कुछ करन दा, हर जुल्म करन दा उन्होंने हक मिल गया वा। सिखां नूं इंसाफ मिलना चाहिए और जे असीं उन्हां नाल मिल के बैठ के गल करन दी, इस आज़ाद मुल्क जिन्हों आज़ाद करन दे लई असीं बहुत वड्डियां कुर्बानियां दित्तियां ने, सिख कौम ने कुर्बानियां दित्तियां ने, कि उन्हां नूं सुणन दा भी हक नहीं हैगा।
ਜੇ ਸਾਡੇ ਪ੍ਰਧਾਨ ਸਾਹਿਬ ਟਾਈਮ ਮੰਗ ਰਹੇ ਆ, ਕਮੇਟੀ ਟਾਈਮ ਮੰਗ ਰਹੀ ਹੈ ਭਾਜਪਾ ਦੀ ਸਰਕਾਰ ਕੋ, ਅਮਿਤ ਸ਼ਾਹ ਨਹੀਂ ਬੀਬੀ ਜੀ ਕਿ ਜਿੱਥੇ ਦੁਖੜਾ ਹੀ ਨਹੀਂ ਸੁਣਨ ਦਾ ਟਾਈਮ ਦਿੱਤਾ ਜਾ ਰਿਹਾ, ਉੱਥੇ ਇਨਸਾਫ ਦੀ ਕੀ ਉਮੀਦ ਕਰੋਗੇ? ਇਨਸਾਫ ਦੀ ਅਸੀਂ ਉਮੀਦ ਕਰਦੇ ਹਾਂ। ਇਸ ਦੇਸ਼ ਦੇ ਅਸੀਂ ਬਸ਼ਿੰਦੇ, ਇਸ ਦੇਸ਼ ਨੂੰ ਅਸੀਂ ਆਜ਼ਾਦ ਕਰਵਾਇਆ ਹੈ ਤੇ ਤਾਂ ਹੀ ਮਾਰਚ ਕਰ ਰਹੇ ਹਾਂ, ਲੋਕਾਂ ਦੇ ਵਿੱਚ ਜਾਵਾਂਗੇ। ਲੋਕਾਂ ਦੀ ਇਸ ਮਾਰਚ ਦਾ ਅਸਰ ਕੋਈ ਪਊਗਾ ਸਰਕਾਰ ਦੇ? ਬਿਲਕੁਲ ਪਏਗਾ ਜੀ, ਕਿਉਂ ਨਹੀਂ ਪਏਗਾ, ਜ਼ਰੂਰ ਪਏਗਾ ਇਸ ਮਾਰਚ ਦਾ। ਸਿੱਖ ਜਿਹੜੇ ਨੇ ਹਮੇਸ਼ਾ ਸੰਘਰਸ਼ ਕਰਕੇ ਜੇ ਉਹ ਮੁਲਕ ਆਜ਼ਾਦ ਕਰਾ ਸਕਦੇ ਨੇ ਤੇ ਇਹ ਕਿਹੜੀ ਗੱਲ ਹੈ? ਸਾਡੀ ਆਵਾਜ਼ ਜਿਹੜੀ ਹਮੇਸ਼ਾ ਸੁਣੀ ਜਾਏਗੀ। ਭਾਰਤੀ ਜਨਤਾ ਪਾਰਟੀ ਤੇ ਉਹਦੇ ਨਾਲ ਇੱਕ ਆਪ ਵਾਲੇ, ਇਹਨਾਂ ਤਿੰਨਾਂ ਦੇ ਕੀ ਇੰਟਰਸਟ ਆ? ਇਹ ਸਾਰੇ ਇੰਟਰਸਟ ਸਿੱਖ ਸਾਥੀ ਨੂੰ ਖੇਰੂ ਕਰ ਲਈ ਆ। ਨਿਆਂਪਾਲਿਕਾ ਦਾ ਠੀਕ ਹੈ ਗੱਲ, ਵੀ ਨਿਆਂਪਾਲਿਕਾ ਦੇ ਫਿਰ ਵੀ ਸਾਨੂੰ ਅਧਿਕਾਰ ਤਾਂ ਹੈਗਾ ਆ ਨਾ, ਇਸ ਕਰਕੇ ਅਸੀਂ ਆਪਣਾ ਇਹ ਜਿਹੜਾ ਰੋਸ ਕਰ ਮੰਗ ਪੱਤਰ ਹੈ, ਕੀ ਮੰਗ ਕੀ ਕੀਤੀ ਜਾਊਗੀ? ਮੰਗ ਅਸੀਂ ਅੱਜ ਕੀਤੀ ਆ ਵੀ ਜਿਹੜੀ RSS ਵੱਡੇ ਪੱਧਰ ਦੇ ਉੱਤੇ ਇਹੋ ਜਿਹਾ ਫਿਰਕੂ ਬਿਆਨ ਦੇ ਰਹੀ ਆ, ਜਿਹਦੇ ਨਾਲ ਇੱਥੇ ਸ਼ਾਂਤੀ ਦੀ ਭਾਵਨਾ ਜਿਹੜੀ ਆ ਇੰਡੀਆ 'ਚ ਪੈਦਾ ਹੋ ਜਾਊ। ਇਹ ਭੁੱਲਣਾ ਨਹੀਂ ਚਾਹੀਦਾ। ਯੂਨੀਅਨ ਆਫ ਇੰਡੀਆ ਆ, ਇੱਥੇ ਵੱਖ-ਵੱਖ ਫਿਰਕੇ ਰਹਿੰਦੇ ਆ, ਵੱਖ-ਵੱਖ ਭਾਸ਼ਾਵਾਂ ਦੇ ਲੋਕ ਰਹਿੰਦੇ ਆ, ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਆ, ਤੇ ਜਿਸ ਤਰਜ ਤੇ ਆਪਾਂ ਅੱਜ ਇਹ ID ਖਤਮ ਕਰ ਰਹੇ ਹਾਂ, ਆਇਡੈਂਟੀਟੀ ਖਤਮ ਕਰ ਰਹੇ ਹਾਂ, ਫਿਰ ਬਿਆਨ ਇਹਨੇ ਆਪਾਂ ਦਿੰਨੇ ਫਿਰਕੂਪੁਣੇ ਦੇ ਨਫ਼ਰਤ ਵਾਲੇ, ਵੀ ਇੱਥੇ ਜਿਹੜਾ ਹਰ ਇੱਕ ਜੰਮਦਾ ਹਿੰਦੂ ਜੰਮਦਾ। ਤੇ ਮੈਂ ਪੁੱਛਣਾ ਚਾਹੁੰਦਾ ਵੀ ਸਿੱਖ ਆਪਣੀ ਵੱਡੀ ਕੌਮ ਆ, ਇੱਕ ਜੈਨੀ ਇੱਥੇ ਰਹਿੰਦੇ, ਬਾਕੀ ਸਾਰੇ ਇੱਥੇ ਰਹਿੰਦੇ ਆ, ਹੋਰ ਕੌਮਾਂ ਇੱਥੇ ਮੁਸਲਮਾਨ ਵੀ ਰਹਿੰਦੇ ਆ, ਤੇ ਇਸ ਗੱਲ ਦਾ ਕੋਈ ਅਜੇ ਤੱਕ ਨੋਟਿਸ ਹੀ ਨਹੀਂ ਲਿਆ ਜਾਂਦਾ। ਸਿੱਖ ਕਿਉਂਕਿ ਵਿਲੱਖਣ ਤੇ ਇਹ ਅਡਰੀ ਇੱਕ ਇਹਦੀ ਨਿਰਾਲੀ ਜਿਹੜੀ ਹੈਗੀ ਆ ਸ਼ਾਨ ਆ, ਇਹ ਸ਼ਾਨ ਨੂੰ ਜਿੱਲੇ ਸਾਨੂੰ ਲੱਗਦਾ ਵੀ ਇਹਦੇ ਵਿੱਚ ਕੋਈ ਹੱਥ ਪਾਉਣ ਨੂੰ ਯਤਨ ਕਰਦਾ, ਫਿਰ ਸਾਡਾ ਰੋਸ ਕਰਨਾ ਜਿਹੜਾ ਮੁੱਢਲਾ ਫਰਜ਼ ਬਣਦਾ। ਇੱਕ ਰਿਵਿਊ ਪਟੀਸ਼ਨ ਦੀ ਚਿੱਠੀ ਪਾਈ ਸੀਗੀ ਅਮਿਤ ਸ਼ਾਹ ਰਿਵਿਊ, ਉਹਨਾਂ ਨੇ ਕੋਈ ਜਵਾਬ ਨਹੀਂ ਦੇਣਾ। ਅਸੀਂ ਆਪਣੇ ਤੌਰ ਤੇ ਵਕੀਲਾਂ ਦੇ ਨਾਲ ਸਾਰਾ ਮਸ਼ਵਰਾ ਕਰ ਰਹੇ ਹਾਂ। ਅਸੀਂ ਤਾਂ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਵਾਂਗੇ। ਇਸ ਰੋਸ ਮਾਰਚ ਤੋਂ ਬਾਅਦ ਅਗਲਾ ਕੀ ਪ੍ਰੋਗਰਾਮ ਹੈ? ਅਗਲਾ 7 ਤਰੀਕ ਨੂੰ ਅਸੀਂ 3 ਰੋਸ ਮਾਰਚ ਕੀਤੇ, ਪਹਿਲਾਂ 2 ਰੱਖੇ ਸੀ। ਹੁਣ ਇੱਕ ਹਰਿਆਣੇ ਦੀ ਸੰਗਤ ਮੰਜੀ ਸਾਹਿਬ ਅੰਬਾਲੇ ਤੇ ਇਕੱਤਰ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰਿਆਣੇ ਦੇ ਮੈਂਬਰ ਸਾਹਿਬਾਨ ਉਹ ਸਾਰੇ ਤੁਰਨਗੇ। ਦੂਜੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਮੈਂ ਵੀ ਉੱਥੋਂ ਹੋਊਂਗਾ ਨਾਲ, ਉਹ ਉੱਥੋਂ ਤੁਰੂਗਾ। ਤੀਸਰਾ ਫਿਰ ਤਖਤ ਸ੍ਰੀ ਦਮਦਮਾ ਸਾਹਿਬ ਤੋਂ। ਉਹ ਸਾਰੇ ਰਾਹਾਂ ਦੇ ਵਿੱਚ ਹੀ ਇਹ ਸਾਰਾ ਲੋਕਾਂ ਦੇ ਨਾਲ ਸਾਂਝਾ ਪਾਉਂਦੇ ਸ੍ਰੀ ਅਕਾਲ ਤਖਤ ਤੇ ਆ ਕੇ ਫਿਰ ਅਰਦਾਸ ਕਰਨਗੇ, ਇੱਥੇ ਸਮਾਪਤ ਹੋਊਗੀ। ਮੰਗ ਪੱਤਰ ਸਿਰਫ DC ਲੈਵਲ ਤੇ ਹੀ ਕਿਉਂ? ਦੇਸ਼ ਦੇ ਉਹ ਗ੍ਰਹਿ ਮੰਤਰੀ ਨੂੰ ਵੀ ਮਿਲਿਆ ਜਾ ਉਹ ਦੋ ਹੀ ਟਾਈਮ ਹੀ ਨਹੀਂ ਦਿੰਦੇ ਜੀ। ਅਸੀਂ ਤਾਂ ਸਾਰਿਆਂ ਦੇ ਚਿੱਠੀਆਂ ਵੀ ਲੈ ਥੱਕ ਗਏ, ਸਾਰੇ ਟਾਈਮ ਦਾ ਹੀ ਰੋਲ ਆ ਜੀ, ਸਾਰਾ ਰੋਲ ਹੈ ਉਹਦਾ। ਜੀ ਇਹ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੋਈ ਹੋਰ ਜਿਹੜਾ 7 ਤਰੀਕ ਦਾ ਕੀ ਸਮਾਗਮ ਹੈ ਉਹ ਵੀ ਉਹ ਇਹਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ। ਪ੍ਰਧਾਨ ਜੀ ਲੱਗਦਾ ਕਿ ਅੱਗੇ ਸੰਘਰਸ਼ ਤਿੱਖਾ ਕਰਨਾ ਪੈ ਸਕਦਾ? ਤਿੱਖਾ ਹੀ ਆ, ਹੁਣ ਕਰਨਾ ਪੈਣਾ ਤਿੱਖਾ ਦਾ ਦੀਦਾ ਹੀ ਆ ਤੁਹਾਨੂੰ। ਆ ਰੋਸ ਦਿੱਲੀ ਜਾਂ ਚੰਡੀਗੜ੍ਹ ਦਾ ਫੇਰ ਕਰਾਂਗੇ ਸਾਰੇ ਕਰਾਂਗੇ। ਆ ਪੰਜਾਬ ਦੇ ਰੋਸ ਮਾਰਚਾਂ ਤੋਂ ਬਾਅਦ ਫਿਰ ਅਸੀਂ ਕਰਾਂਗੇ ਸਾਰੇ ਜਿਹੜੇ ਹੈਗੇ। 7 ਤਰੀਕ ਦਾ ਉਹ ਕੀ ਸਮਾਗਮ ਹੈ ਜੀ? ਤੋ ਜਿਸ ਤਰ੍ਹਾਂ ਪ੍ਰਧਾਨ ਜੀ ਹੋਰਾਂ ਨੇ ਦੱਸਿਆ ਕਿ 7 ਅਕਤੂਬਰ ਨੂੰ ਪਹਿਲਾਂ 2 ਰੋਸ ਮਾਰਚ ਕੱਢਣ ਦਾ ਫੈਸਲਾ ਕੀਤਾ ਗਿਆ ਸੀ, ਪਰ ਉਸ ਨੂੰ ਵਧਾਉਂਦੇ ਹੋਏ ਇੱਕ ਹੋਰ ਰੋਸ ਮਾਰਚ ਹਰਿਆਣਾ ਦੀ ਸੰਗਤ ਵੱਲੋਂ ਅੰਬਾਲਾ ਤੋਂ ਕੱਢਿਆ ਜਾਣਾ, ਜੋ ਵੱਖ-ਵੱਖ ਸ਼ਹਿਰਾਂ 'ਚੋਂ ਹੁੰਦਾ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੂਗਾ। ਇਸ ਦੇ ਨਾਲ ਹੀ 2 ਰੋਸ ਮਾਰਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਵੀ ਕੱਢੇ ਜਾਣੇ ਹੈ। ਤੋਂ ਵੱਡੇ ਪੱਧਰ ਤੇ ਆਪਣਾ ਰੋਸ ਜਿਤਾਉਣ ਦੀ ਤਿਆਰੀ ਜਿਹੜੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ। ਤੋਂ ਇਹ ਤਸਵੀਰਾਂ ਨੇ ਸ਼੍ਰੀ ਦਰਬਾਰ ਸਾਹਿਬ ਦੀਆਂ, ਜਿੱਥੇ ਘੰਟਾ ਘਰ ਪ੍ਰਵੇਸ਼ ਦੁਆਰ ਦੇ ਬਾਹਰ ਹੁਣ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਸੰਬੋਧਨ ਕੀਤਾ ਜਾ ਰਿਹਾ। ਸਮੁੱਚੀ ਮੈਂਬਰਾਂ ਨੂੰ ਟੀਮ ਦੇ ਵਿੱਚ ਆਪਣੇ ਟ੍ਰੈਫਿਕ ਵੀ ਡਿਸਟਰਬ ਹੋਵੇ, ਸਾਰਿਆਂ ਨੂੰ ਸਿਮਰ ਬੇਨਤੀ ਆ 4-4 5-5 ਦੀਆਂ ਲਾਈਨਾਂ ਬਣਾ ਲਈਏ। ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਜਾਣਾ। ਅੱਜ ਅਸੀਂ ਸਿਰਫ ਰੋਸ ਕਰਨਾ ਚੁੱਪ ਕਰਕੇ, ਤੇ ਉਹਦੇ ਵਿੱਚ ਸਿਰਫ ਜਾਪ ਕਰਨਾ ਸਤਨਾਮ ਵਾਹਿਗੁਰੂ ਦਾ। ਉੱਥੇ ਜਾ ਕੇ ਜਾਣਾ ਵੀ ਤੁਰ ਕੇ ਆ, ਗੱਡੀਆਂ 'ਚ ਨਾ ਜਾਣ ਦਾ ਯਤਨ ਕਰੀਏ, ਤੇ ਡਿਸਪਲਿਨ ਕਾਇਮ ਰੱਖਣਾ। ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਲਾਈਨਾਂ ਬਣਾ ਕੇ ਜਾਈਏ। ਫਿਰ ਐਵੇਂ ਇਦਾਂ ਆਪਾਂ 2 ਉੱਥੇ 4 ਉੱਥੇ ਇਦਾਂ ਨਾ ਜਾਈਏ, ਸਾਰੇ ਤਕੜੇ ਹੋ ਕੇ ਆਪਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਜਾਈਏ। ਤੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਆਪਣੀ ਸਮੁੱਚੀ ਟੀਮ ਨੂੰ, ਸਮੂਹ ਅਧਿਕਾਰੀਆਂ, ਮੈਂਬਰਾਂ ਅਤੇ ਮੁਲਾਜ਼ਮਾਂ ਨੂੰ ਇਹ ਅਪੀਲ ਕੀਤੀ ਹੈ ਕਿ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਸ਼ਾਂਤੀਪੂਰਵਕ ਜਿਹੜਾ ਹੈ ਰੋਸ ਮਾਰਚ ਕੱਢਿਆ ਜਾਵੇ, ਔਰ ਇਹ ਖਾਸ ਧਿਆਨ ਰੱਖਿਆ ਜਾਵੇ ਕਿ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਆਮ ਰਾਹਗੀਰਾਂ ਨੂੰ ਜਿਹੜੀ ਹੈ ਉਹ ਨਾ ਹੋਵੇ। ਟ੍ਰੈਫਿਕ ਦੀ ਜਿਹੜੀ ਵਿਵਸਥਾ ਉਹ ਵੀ ਸੁਚਾਰੂ ਢੰਗ ਨਾਲ ਚੱਲੇ, ਤੋਂ ਆਮ ਲੋਕਾਂ ਨੂੰ ਪਰੇਸ਼ਾਨੀ ਨਾ ਝੱਲਣੀ ਪਵੇ। ਤੋਂ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਪੂਰੇ ਡਿਸਪਲਿਨ ਦੇ ਨਾਲ ਸਮੁੱਚੇ ਮੈਂਬਰਾਂ ਨੂੰ, ਅਧਿਕਾਰੀਆਂ ਨੂੰ, ਮੁਲਾਜ਼ਮਾਂ ਨੂੰ
बेहद शांतिपूर्वक सतनाम वाहिगुरू का जाप करते हुए डिप्टी कमिश्नर दफ्तर वाल जिहड़ा जाण दी अपील की गई है। तो हुण घंटा घर प्रवेश द्वार के बाहर एक वड्डे इकट्ठ दे नाल कालियां दस्तारां कालियां चुन्नियां लैके संकेतक रूप में अपना रोस जताते हुए ये रोस मार्च जिहड़ा है वो आरंभ होने जा रहा है, जिस दे विच श्रोमणी कमेटी प्रधान एडवोकेट हरजिंदर सिंह धामी समेत समुची अंतरिम कमेटी समूह मैंबर श्रोमणी कमेटी समुचे अधिकारी अते मुलाजम जिहड़े है वो सारे शामिल होए। और जिस तरह के नाल पहला ही फैसला किया गया सी तो कालियां दस्तारां दा एक वड्डा हजूम जिहड़ा है वो नज़र आ रहा है और बीबियां ने कालियां चुन्नियां जिहड़ियां वो पहनी हुई हैं। तो अज ये रोस मार्च जिहड़ा हुण जयकारा की गूंज के नाल घंटा घर प्रवेश द्वार श्री दरबार साहब तो आरंभ हो चुका है। विरासती मार्ग तो होंदा होया इस तरह होली पूरी शांतिपूर्वक जो है सतनाम वाहिगुरू का जाप करता होया अगे वधेगा। इस तरह अगे जाके डिप्टी कमिश्नर दफ्तर पहुंच के प्रधानमंत्री नरेंद्र मोदी के नाम से एक मंग पत्र जिहड़ा है वो अमृतसर के डिप्टी कमिश्नर नूं सौंपिया जाऊगा। तो असीं कोशिश करांगे कि इस दौरान असीं वख-वख मैंबरां अधिकारियों के नाल गलबात कर सकीए ते उन्हां दे जो मन के बलबले ने वो भी अपने दर्शकों के नाल साझे कर सकीए। इस वेले रोस मार्च जिहड़ा है वो हुण शुरुआत हुई है श्री दरबार साहब तो डिप्टी कमिश्नर दफ्तर तक है रोस मार्च जिहड़ा है फिलहाल घंटा घर तो शुरुआत हुई है। एसजीपीसी प्रधान हरजिंदर सिंह धामी ने साफ तौर पर किया है कि केंद्र वालों ना तां मुलाकात लई गलबात लई समा दिता जा रहा है, जे विचकार आने वाले समय इस संघर्ष को होर तेज किया जाएगा। लेकिन अज शांतमई ढंग दे नाल सतनाम वाहिगुरू का पाठ करदियां होया ये जिहड़ा है अगे रवाना होएगा ते मंग पत्र भी सौंपिया जाएगा। लेकिन इस फैसले नूं लैके सरमोर जथेबंदी नूं ढाह ला रहे कल नूं गुरुद्वारे दे कब्जे करनगे बेअदबियां करनगे सारा सिस्टम बिगाड़नगे। सो मेरा सारा जो रोस मुजाहरा कर रहे हैं वो सारे साडे मैंबर समाज सारे सरकार जो प्रधान साहब हरजिंदर सिंह धामी साहब सारे शमूलियत करके अज मैमोरेंडम दे जाने कमिश्नर साहब नूं ये तो दोबारे गौर करके कि जे कोई फैसला लेना तो सेंटर लवे जी महाराज की प्रवानगी के नाल श्रोमणी गुरुद्वारा प्रबंधक कमेटी के। तो मैं सारिया संगत आइयां का धन्यवाद करदा। वाहिगुरू जी का खालसा वाहिगुरू जी की फतेह। की कहना चाहोगे इस फैसले के नाल एक वड्डी वंड पाउण दी जिहड़ी साजिश नज़र आ रही है? देखो गल ये आ भी सरकारां समय समय ते सिखां नूं जिहड़ी परख करदी रहिंदी है। अज मैं समझदा जिहड़ा 1947 तो पहलां जिहड़ा जिहड़े गुरुद्वारा सुधार लहर दा जिहड़ा दृश्य सीगा फिर इन बिन उस ही जिहड़ा दृश्य है सामने आ रहा उस तरह ही जिस तरह सिख वड्डी पद्धर ते कालियां दस्तारां बन के ते कालियां झंडियां लै करके सरकारां दे खिलाफ रोस प्रदर्शन करते सन। अज फिर इन्ने साल बाद फिर उस तरह ही सिख अपने हक्कां नूं लै करके अते श्रोमणी गुरुद्वारा प्रबंधक कमेटी नूं बचाउण वास्ते सड़कां ते उतर आए आ। मैं समझदा वो दिन दूर नहीं, सिख कदी भी अपने हक लैण तो कदी भी पिछे नहीं हटदा। सरकारां नूं सोचना चाहिए। सरकारां ने बहुत बार सिखां नूं परख लिया, हुण बहुता दर जिहड़ा सिखां नूं परखण दी जिहड़ी गल है वो नहीं करनी चाहिए। सिखां नूं वैसे अब जिस तरह के नाल अनेका कुर्बानियां तो बाद श्रोमणी गुरुद्वारा प्रबंधक कमेटी होनी चाहिए सी, हुण लगदा है कि इस नूं बचाउण दे लई भी ਉਹੀ ਜਿਹੜਾ ਮਾਹੌਲ ਸਿਰਜਿਆ ਜਾ ਰਿਹਾ ਜਾਂ ਉਸ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ ਜਾ ਰਹੇ ਨੇ ਮੁੜ ਤੋਂ ਸੰਘਰਸ਼ ਦੀ ਰਾਹ ਤੇ ਪਾਇਆ ਜਾ ਰਿਹਾ ਸਿੱਖ ਕੌਮ ਨੂੰ। ਬਿਲਕੁਲ 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 ਐਕਚੁਅਲੀ ਸਰਕਾਰਾਂ ਜਿਹੜੀਆਂ ਸਿੱਖਾਂ ਦੀ ਜਿਹੜੀ ਸ਼ਕਤੀ ਤੋਂ ਇੰਨੀਆਂ ਡਰ ਚੁੱਕੀਆਂ ਹੋਈਆਂ ਔਰ ਉਸੇ ਡਰ ਦੇ ਕਾਰਨ ਹੀ ਕੋਈ ਵੀ ਜਿਹੜਾ ਹਿੰਦੁਸਤਾਨ ਦਾ ਜਿਹੜਾ ਸਰਬਰਾਹ ਉਹ ਟਾਈਮ ਨਹੀਂ ਦੇ ਰਿਹਾ, ਕਿਉਂਕਿ ਉਹ ਸਿੱਖਾਂ ਦੀ ਜਿਹੜੀ ਹੱਕਾਂ ਵਾਸਤੇ ਉਹਨਾਂ ਕੋਲੇ ਕੋਈ ਜਵਾਬ ਨਹੀਂ, ਕੋਈ ਕੁਛ ਨਹੀਂ। ਇਸ ਕਰਕੇ ਸਿੱਖਾਂ ਨੂੰ ਹੱਕ ਤੇ ਦੇਣੇ ਦੂਰ ਦੀ ਗੱਲ ਰਹੀ, ਸਿੱਖਾਂ ਨੂੰ अपनी गल रखण वास्ते वो अपना टाइम तक नहीं दे रहे। लेकिन सिख जिहड़े आ वो अपने हक लैना जानते आ और अज तो आपां शांतमई ढंग दे नाल भी संघर्ष कर रहे हैं। कल नूं ऐहा भी समा आ सकदा जिहड़ा सिखां दी लीडरशिप तो बाहर भी नौजवान हो सकते हैं। सो सिखां नूं पुराने समय तो सबक लेना चाहिए। बिल्कुल पुराने समय तो सबक लैण दी लोड़ है। गुरचरण सिंह गरेवाल मैंबर श्रोमणी गुरुद्वारा प्रबंधक कमेटी। गरेवाल साहब, जिस तरह असीं पहला भी गल कर रहे कि अनेकां कुर्बानियां तो बाद श्रोमणी गुरुद्वारा प्रबंधक कमेटी होनी चाहिए, पर हुण जिहो जिहे हालात पैदा किए जा रहे हैं लगता है कि मुड़ तो एक तिखा संघर्ष विड़ना पै सकदा। देखो जी, हालात तो सिखां ते समय समय नाल इस तरह के आउंदे रहे आ। जिहड़ियां सरकारां ने जां जिहड़े तख्तां ते बैठे लोग आ उन्हां नूं चुनौती ने सिख
ਤੇ ਮੈਂ ਵੀ ਇਹ ਗੱਲ ਕਰਦਾ ਕਿ ਇਹ ਪਿਛਲੇ ਸਮੇਂ 'ਚ ਕਾਂਗਰਸ ਨੇ ਵੀ ਏਡਾ ਵੱਡਾ ਹਮਲਾ ਇਸ ਕਰਕੇ ਕੀਤਾ ਸੀ ਕਿ ਉਹਨੂੰ ਲੱਗਿਆ, ਜੇ ਅੰਗਰੇਜ਼ਾਂ ਦੀ ਗੱਲ ਕਰੀਏ ਅਸੀਂ 100 ਸਾਲਾ ਮਨਾ ਰਹੇ ਹਾਂ, ਸ਼ਤਾਬਦੀ ਮਨਾ ਰਹੇ, ਉਹ 'ਚ ਵੀ ਅੰਗਰੇਜ਼ਾਂ ਨੂੰ ਚੁਣੌਤੀ ਸੀ ਜਿਹੜਾ ਗੁਰਦੁਆਰਾ ਸੁਧਾਰ ਲਹਿਰ। ਅੱਜ ਭਾਰਤੀ ਜਨਤਾ ਪਾਰਟੀ ਕਿਹੜੇ ਕੁਰਾਹ ਪੈ ਗਈ ਆ, ਮੈਂ ਤਾਂ ਕਹਿੰਦਾ ਕੁਰਾਹੇ ਪੈ ਚੁੱਕੀ ਆ, ਜਿਹੜੀ ਕਿ ਮਾੜੀ ਗੱਲ ਆ। ਉਹਨਾਂ ਨੂੰ ਸਮਝ ਲੈਣਾ ਚਾਹੀਦਾ ਸਿੱਖਾਂ ਦੇ ਨਾਲ ਇਸ ਤਰ੍ਹਾਂ ਦੀ ਟੱਕਰ ਖਾਸ ਤੌਰ ਤੇ ਦੇਖੋ ਸਿਆਸੀ ਪਿੰਡ ਵੱਖਰਾ ਵਾ, ਜਦੋਂ ਅਸੀਂ ਧਾਰਮਿਕ ਮਾਮਲੇ ਵਿੱਚ ਦਖਲ ਦਿੰਦੇ ਆ ਤੇ ਸਿੱਖ ਜਿਹੜਾ ਵਾ ਸਾਰੀਆਂ ਜਿਹੜੇ ਧੜੇਬੰਦੀਆਂ ਸਾਰਾ ਕੁਝ ਛੱਡ ਕੇ ਜਿਵੇਂ ਕਹਿੰਦੇ ਤੇ ਮੈਦਾਨ 'ਚ ਆ ਜਾਂਦਾ। ਸੋ ਹੁਣ ਹਾਲਾਤ ਇਹੋ ਹੀ ਪੈਦਾ ਹੋਏ ਨੇ ਕਿ ਅੱਜ ਦੇਖੋ ਕਿ ਸਿੱਖਾਂ ਦੇ ਸਿੱਖ ਕੌਮ ਨੇ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ? ਸਿੱਖ ਕੌਮ ਨੂੰ ਨਿਸ਼ਾਨਾ ਬਣਾਇਆ, ਅਸੀਂ ਤਾਂ ਆਪ ਇਸ ਗੱਲ ਤੋਂ ਹੈਰਾਨ ਤਾਂ ਕਹੀ ਜਾਣਦੇ ਆ ਵੀ ਕਿਉਂ ਇਸ ਰਾਹ ਤੁਰੇ ਨੇ। ਇਸ ਰਾਹ ਤੁਰਨ ਦਾ ਉਹਨਾਂ ਨੂੰ ਕੀ ਫਾਇਦਾ ਨੇ? ਕੋਈ ਫਾਇਦਾ ਨਹੀਂ। ਤੇ ਪਰ ਇਹ ਗੱਲ ਆ ਕਿ ਉਹਨਾਂ ਦਾ ਜਿਹੜਾ ਏਜੰਡਾ ਵਾ ਹਿੰਦੂ ਰਾਸ਼ਟਰ ਦਾ, RSS ਜਿਹੜੀ ਆ ਉਸ ਗੱਲ ਦੇ ਉੱਤੇ ਪਹਿਰਾ ਦੇ ਰਹੀ ਆ ਤੇ ਉਹ ਚਾਹੁੰਦੇ ਨੇ ਕਿ ਸਿੱਖਾਂ ਨੂੰ ਨਿਗਲ ਲਈਏ। ਸਿੱਖ ਨਹੀਂ ਨਿਗਲਿਆ ਜਾਣਾ। ਇਹ ਗੱਲ RSS ਤੇ ਭਾਰਤੀ ਜਨਤਾ ਪਾਰਟੀ ਪਿਛਲੇ ਇਤਿਹਾਸ ਨੂੰ ਚੁੱਕ ਕੇ ਵੇਖ ਲਵੇ, ਬੜੇ ਉਹਨਾਂ 'ਚ ਬੁੱਧੀਮਾਨ ਲੋਕ ਬੈਠੇ ਨੇ, ਉਹ ਇਸ ਗੱਲ ਨੂੰ ਸਮਝਦੇ ਕਿਉਂ ਨਹੀਂ? ਇਹਦਾ ਮਤਲਬ ਇਹ ਨਹੀਂ ਗਿਆ ਕਿ ਉਸ ਸਮੇਂ ਜੇ ਆਪਣਾ ਸੁੱਖਾ ਸਿੰਘ ਮਤਾਬ ਸਿੰਘ ਸੀਗੇ ਤਾਂ ਸੁੱਖਾ ਸਿੰਘ ਮਤਾਬ ਸਿੰਘ ਤੋਂ ਬਾਅਦ ਸੁੱਖਾ ਜਿੰਦਾ ਅੱਜ ਹੈਗੇ ਨੇ, ਆਉਣ ਵਾਲੇ ਦਿਨਾਂ 'ਚ ਵੀ ਇਤਿਹਾਸ ਜਿਉਂਦਾ ਰਹੂਗਾ। ਸੋ ਇਸ ਕਰਕੇ ਸਿੱਖਾਂ ਨਾਲ ਇਹ ਪੰਗਾ ਨਾ ਲਓ। ਜਿਹੜੀ ਸਿੱਖਾਂ ਦੀ ਜਿਹੜੀ ਖਾਸ ਤੌਰ ਤੇ ਜਿਹੜੀ ਸ਼ਕਤੀ ਹੈ ਚੁਣੀ ਹੋਈ ਆ, ਉਸ ਨੂੰ ਤੋੜਨ ਦੀ ਕੋਸ਼ਿਸ਼ ਨਾ ਕਰੋ। ਅੱਜ ਦੇ ਇਸ ਰੋਸ ਮਾਰਚ ਨੇ ਕੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤਾ ਜਾ ਰਿਹਾ? ਅੱਜ ਦੇਖੋ ਇੱਕ ਸਾਡੇ ਕੋਲੇ ਢੰਗ ਆ, ਲੋਕਤੰਤਰੀ ਢੰਗ, ਕਿਉਂਕਿ ਅਸੀਂ ਇਸ ਦੇਸ਼ ਦੇ ਅੰਦਰ ਰਹਿ ਕੇ ਇਸ ਗੱਲ ਦੀ ਕੱਲ ਨੂੰ ਕੋਈ ਉਲਾਂਭਾ ਨਹੀਂ ਲੈਣਾ ਚਾਹੁੰਦੇ ਕਿ ਜਿਹੜਾ ਇਹ ਜਿਹੜਾ ਇਹਨਾਂ ਨੇ ਪ੍ਰਦਰਸ਼ਨ ਕੀਤਾ ਜਾਂ ਲੋਕਾਂ ਜਾਗਰੂਕਤਾ ਫੈਲਾਈ ਆ, ਉਹਦੇ 'ਚ ਇਹਨਾਂ ਨੇ ਆਪਣਾ ਜਿਹੜਾ ਲੋਕਤੰਤਰੀ ਢੰਗ ਨਹੀਂ ਅਪਣਾਇਆ। ਸੋ ਇਸ ਕਰਕੇ ਅਸੀਂ ਹਰ ਹੀਲਾ ਵਰਤ ਰਹੇ ਹਾਂ, ਚਾਹੇ ਕੋਰਟ ਆ, ਚਾਹੇ ਆਵਾਮ ਨੂੰ ਲਾਮਬੰਦ ਕਰਨ ਦੀ ਗੱਲ ਆ, ਇਹ ਸਾਰਾ ਕੁਝ ਉਸ ਸਾਰੇ ਕਸ ਦਾ ਹਿੱਸਾ ਵਾ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਪ ਵਿੱਚ ਬੜੀ ਵੱਡੀ ਸੰਸਥਾ, ਉਹ ਸਾਰੇ ਅੱਜ ਦਾ ਵੀ ਮਾਰਚ ਹੋ ਗਿਆ, 7 ਤਰੀਕ ਦੇ ਵੀ 3 ਮਾਰਚ ਹੋ ਗਏ, ਪਰ ਲੱਗਦਾ ਇਹਨਾਂ ਦੇ ਨਾਲ ਕੋਈ ਫਰਕ ਪੈਣ ਵਾਲਾ? ਦੇਖੋ ਜੀ, ਇੱਕ ਲਹਿਰ ਪੈਦਾ ਹੁੰਦੀ ਆ ਇੱਥੋਂ ਹੀ, ਇੱਕ ਤੇ 1 2 11 ਤੇ ਗਾਂ ਜਿਵੇਂ ਗੱਲ ਤੁਰਦੀ ਆ। ਸੋ ਇਹ ਇੱਕ ਲਹਿਰ ਪੈਦਾ ਕਰਨ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਜੀ। ਅੱਗੇ ਕੀ ਰਣਨੀਤੀ ਹੋ ਸਕਦੀ ਹੈ? ਅੱਗੇ ਰਣਨੀਤੀ ਸਿੱਖਾਂ ਦੀ ਰਣਨੀਤੀ ਇਤਿਹਾਸ ਦੱਸਦਾ। ਸੋ ਇਹ ਨਹੀਂ ਗੱਲ ਹੈਗੀ ਕਿ ਇੱਥੇ ਅਸੀਂ ਰਣਨੀਤੀ ਨੇ, ਸਿੱਖਾਂ ਤੇ ਜਿਵੇਂ ਜਿਵੇਂ ਚੁਣੌਤੀ ਆਉਂਦੀ ਆ ਉਹੋ ਜੀ ਗੱਲ ਲੈ ਕੇ ਜਿਹੜੀ ਅੱਗੇ ਚੱਲਦੇ ਆ। ਕਿਹੋ ਜਿਹੇ ਫੈਸਲੇ ਦੀ ਉਮੀਦ ਕਰਦੇ ਹੋ ਸਰਕਾਰ ਤੋਂ, ਜਦੋਂ ਸਰਕਾਰ ਨੇ ਨਾ ਕਿਸੇ ਚਿੱਠੀ ਜਵਾਬ ਦਿੱਤਾ ਹੈ, ਨਾ ਕਿਤੇ ਮੁਲਾਕਾਤ ਦਾ ਸਮਾਂ ਦਿੱਤਾ ਹੈ? ਤੁਹਾਡੇ ਸਾਹਮਣੇ ਮੈਂ ਇਹ ਗੱਲ ਦੱਸ ਦੇਣੀ ਚਾਹੁੰਦਾ, ਇਹ ਗੱਲ ਦਾ ਇੱਕ ਸਵਾਲ ਆ ਕਿ ਜੀ ਉਹ ਤੁਹਾਨੂੰ ਮਿਲ ਨਹੀਂ ਰਹੇ। ਮੋਦੀ ਸਾਹਿਬ ਦਿੱਲੀ ਵਿੱਚ ਕੁਛ ਆਪਦੇ ਖੁਸ਼ਾਮਦੀ ਸਿੱਖਾਂ ਨੂੰ ਇਕੱਠਿਆਂ ਕਰਕੇ ਉਹਨਾਂ ਰੋਟੀ ਰਾਟੀ ਖਵਾਉਂਦੇ ਆ ਤੇ ਉਹਦੀ ਫੋਟੋ ਜਾਰੀ ਕਰਦੇ ਆ। 2 ਮੀਟਿੰਗਾਂ ਕਰ ਚੁੱਕੇ ਨੇ, ਜਿਹਦੇ ਕੋਈ ਸੰਤ ਮਹਾਤਮਾ ਵੀ ਜਾਂਦੇ ਆ, ਹੋਰ ਵੀ ਜਾਂਦੇ ਆ, ਦੱਸਣਾ ਚਾਹੁੰਦੇ ਆ ਕਿ ਸਿੱਖ ਮੇਰੇ ਨਾਲ ਨੇ। ਪਰ ਮੈਨੂੰ ਇਹ ਦੱਸੋ ਕਿ ਜਿਹੜੀ ਸਿੱਖਾਂ ਦੀ ਚੁਣੀ ਹੋਈ ਸੰਸਥਾ, ਉਹਦੇ ਨਾਲ ਗੱਲ ਕਰਨ ਤੋਂ ਕਿਉਂ ਭੱਜਦੇ ਨੇ? ਮੈਂ ਗੱਲ ਅੱਜ ਤੁਹਾਡੇ ਮਾਧਿਅਮ ਨਾਲ ਦੱਸਣੀ ਚਾਹੁੰਦਾ ਕਿ ਉਹਨਾਂ ਕੋਲੇ ਜਵਾਬ ਨਹੀਂ ਹੈ। ਜਿਹੜੀਆਂ ਗੱਲਾਂ ਅਸੀਂ ਕਰਨੀਆਂ ਵਾ ਉਹਨਾਂ ਗੱਲਾਂ ਦਾ ਉਹਨਾਂ ਕੋਲ ਜਵਾਬ ਹੀ ਨਹੀਂ ਹੈ। ਜਿਹੜਾ ਕੁਛ ਆ ਫੈਸਲਾ ਕੀਤਾ ਇਹ ਸੰਵਿਧਾਨ ਦੇ ਉਲਟ ਆ, ਧਾਰਾ ਜਿਹੜੀ ਸਾਡਾ ਉਹ ਸਾਰੇ ਦੇ ਉਲਟ ਹੈ ਤੇ ਉਹਨਾਂ ਕੋਲੇ ਇਸ ਗੱਲ ਦਾ ਜਵਾਬ ਕੋਈ ਨਹੀਂਗਾ। ਇਸ ਕਰਕੇ ਉਹ ਜਿਹੜੇ ਆ ਸਾਡੇ ਮੱਥੇ ਲਾ ਕੇ ਸਾਨੂੰ ਮਿਲਣਾ ਨਹੀਂ ਚਾਹੁੰਦੇ, ਜਿਹੜੀ ਕਿ ਮਾੜੀ ਗੱਲ। ਜਨਤਾ ਦੀ ਕਚਹਿਰੀ 'ਚ ਜਾ ਤੁਹਾਡੇ ਨਾਲ ਮੁਲਾਕਾਤ ਤੋਂ ਤਾਂ ਟਾਲ ਵੱਟੀ ਜਾ ਰਹੀ ਹੈ ਕਿ ਉਹਨਾਂ ਦੇ ਮਨ 'ਚ ਉਹਨਾਂ ਨੇ ਗਲਤ ਕੀਤਾ? ਨਹੀਂ, ਸਾਰਾ ਕੁਝ ਪਤਾ ਉਹਨਾਂ ਨੂੰ, ਜਾਣਬੁੱਝ ਕੇ ਕਰ ਰਹੇ ਨੇ ਕਿਉਂਕਿ ਉਹਨਾਂ ਕੋਲ ਜਵਾਬ ਕੋਈ ਨਹੀਂਗਾ। ਉਹਨਾਂ ਤੋਂ ਪਹਿਲਾਂ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ, ਹੁਣ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਦਾ ਚੱਕ ਰਹੇ ਹਾਂ, ਪਰ ਨਤੀਜਾ ਕੋਈ ਸਾਹਮਣੇ ਨਹੀਂ ਆਇਆ। ਨਹੀਂ ਜੀ, ਨਤੀਜਾ ਆਏਗਾ, ਕਿਉਂ ਨਹੀਂ ਆਏਗਾ? ਜਦੋਂ ਮੈਂ ਫਿਰ ਕਹਿ ਰਿਹਾ ਕਿ ਇਹ ਕਾਲੀਆਂ ਦਸਤਾਰਾਂ ਰੋਸ ਹੈ, ਇਹਦੇ ਰੋਸ ਦੇ ਵਿੱਚੋਂ ਰੋਹ ਨਿਕਲਣਾ, ਇਹ ਰੋਹ ਨੂੰ ਸਾਹਮਣਾ ਬਹੁਤ ਔਖਾ ਹੋ ਜਾਏਗਾ। ਅਸੀਂ ਫਿਰ ਇਹ ਕਹਿੰਦੇ ਆ ਵੀ ਇਹ ਜਿਹੜੀ ਭਾਜਪਾ ਜਿਹੜੀ RSS ਨੂੰ ਅੱਗੇ ਲਾ ਕੇ ਇਹੋ ਜਿਹਾ ਕੰਮ ਨਾ ਕਰੇ। तो सतनाम वाहिगुरु का जाप करता है, रोस मार्च जो है वो अगे लंघ रहा है विरासती मार्ग तो। इस वेले तो एक वड्डा इकट्ठ जिहड़ा इस वेले विरासती मार्ग ते नज़र आ रहा है, जिंदे विच श्रोमणी गुरुद्वारा प्रबंधक कमेटी के प्रधान की अगवाई हेठ समूह मैंबर साहबान ने, अधिकारी ने, मुलाजम ने और अमरजीत सिंह चावला मैंबर श्रोमणी गुरुद्वारा प्रबंधक कमेटी साहब नमदू चावला साहब, किहो जिहे हालात पैदा किए जा रहे हैं? देखो, सरकार की जो बद नीति है उनके बारे सिखा में बहुत भारी रोह है, क्योंकि जो ये श्रोमणी गुरुद्वारा प्रबंधक कमेटी बहुत भारी कुर्बानियां नाल देश की आज़ादी का सब तो पहला मुढ़ बनने वाली कमेटी है। अज ये देश बिल्कुल ही जब लोड़ पड़ी तो खूह हमने दिया, बहार आई तो कहते तुम्हारा काम नहीं। साडे नाल तो वो गल इन्होंने की है, सानू आस नहीं सी कि इस तरह के फैसले भी ये सरकारां किस वेले साडे नाल कर देंगियां। सो लोकां 'च बहुत भारी रोह है ਅਤੇ ਜਿਹਦੇ ਜਿਹੜਾ ਆਉਣ ਵਾਲੇ ਸਮੇਂ ਸਰਕਾਰ ਨੂੰ ਸਾਂਭਣਾ ਔਖਾ ਹੋ ਜਾਣਾ। ਹਾਂਜੀ, ਅੱਜ ਦਾ ਇੱਕ ਸ਼ਾਂਤੀਪੂਰਵਕ ਮਾਰਚ, ਰੋਸ ਮਾਰਚ ਕੱਢਿਆ ਜਾ ਰਿਹਾ ਹੈ, ਇੱਕ ਮੰਗ ਪੱਤਰ ਵੀ ਦਿੱਤਾ ਜਾਣਾ ਹੈ।
ਪਰ ਅਜਿਹੇ 'ਚ ਜਦੋਂ ਨਾ ਕਿਤੇ ਮੁਲਾਕਾਤ ਦਾ ਸਮਾਂ ਦਿੱਤਾ ਗਿਆ, ਨਾ ਕਿਤੇ ਚਿੱਠੀ ਪੱਤਰ ਦਾ ਜਵਾਬ ਦਿੱਤਾ ਗਿਆ, ਲੱਗਦਾ ਹੈ ਸ਼ਾਂਤੀਪੂਰਵਕ ਰੋਸ ਮਾਰਚ ਨਾਲ ਅਸਰ ਪੈਣਾ। ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਜਿਹੜੇ ਸਰਕਾਰ ਦੀ ਜੋ ਇਹ ਪਾਲਿਸੀ ਆ, ਸਰਕਾਰ ਨੂੰ ਬੜੀ ਮੂੰਹ ਤੇ ਖਾਣੀ ਪੈਣੀ। ਇੱਕ ਦਿਨ ਆਊਗਾ ਸਰਕਾਰ ਨੇ ਸਾਨੂੰ ਬੁਲਾਉਣਾ, ਅਸੀਂ ਜਾਣ ਤੋਂ ਮਨਾ ਕਰਨਾ ਸਰਕਾਰ ਕੋਲੇ। ਇਹ ਸਥਿਤੀ ਇੱਕ ਦਿਨ ਆਏਗੀ ਕਿ ਸਰਕਾਰ ਖੁਦ ਬੁਲਾਏਗੀ, ਸਰਕਾਰ ਖੁਦ ਸਾਨੂੰ ਭਾਲੇਗੀ, ਲੱਭੇਗੀ ਕਿੱਥੇ ਨੇ, ਲੇਕਿਨ ਇਹ ਸਰਕਾਰ ਨੂੰ ਅਸੀਂ ਸਰਕਾਰ ਤੋਂ ਕਿਨਾਰਾ ਕਰਾਂਗੇ। तो बिल्कुल शांतिपूर्वक रोस मार्च नूं जिहड़ा है कमजोरी ना समझिया जाए, इसे रोस तो जिहड़ा है रोह निकलना है, ये कहना है ਵੱਖ-ਵੱਖ मैंबर साहबान का, और संकेत दिता जा रहा है कि भविख विच ये संघर्ष जिहड़े है वो तिखे हो सकते हैं। सिख कौम के इतिहास नूं ध्यान विच रखते हुए सरकार इन्हां मंगां नूं प्रवान करे, रिव्यू पटीशन सुप्रीम कोर्ट च पाई जाए, इस फैसले नूं पलटिया जाए तां जो श्रोमणी गुरुद्वारा प्रबंधक कमेटी नूं वंडण दा जो यतन है वो नाकाम किया जा सके। तो श्री दरबार साहब के घंटा घर प्रवेश द्वार तो आरंभ होया रोस मार्च इस वेले विरासती मार्ग तो लंघदा होया कटड़ा जयमल सिंह के नेड़े पहुँच चुके हैं। इत्थे इसे तरह सतनाम वाहिगुरू का जाप करते हुए समूह मैंबर अधिकारी या मुलाजम जे वो शांतिपूर्वक रोस मार्च अगे वध रहे हैं। और ये खास ध्यान रखा जा रहा है कि आम राहगीरां नूं श्रद्धालुआं नूं किसी तरह की परेशानी का सामना ना करना पवे, पूरे अनुशासन च रह के रोस मार्च जिहड़ा अगे वध रहा है। ट्रैफिक व्यवस्था नूं सुचारू ढंग नाल जारी रखने के भी खास यतन किए जा रहे हैं। श्रोमणी कमेटी की एक विशेष टीम जिहड़ी है वो तैनात की गई है जो ये ध्यान रख रही है कि ट्रैफिक जिहड़ा है वो किते जाम ना होवे, लोकां नूं किसी तरह की परेशानी जिहड़ी है वो झल्लनी ना पवे। एक वड्डा इकट्ठ जिहड़ा अज नज़र आ रहा है इस रोस मार्च विच, दूर दूर तक कालियां दस्तारां जिहड़ियां ते कालियां चुन्नियां नज़र आ रही ने, क्योंकि बीबियां इस रोस मार्च विच कालियां चुन्नियां पहन के जिहड़ियां पहुंचियां ने। बीती 30 सितंबर को एक विशेष इजलास सद्या गया सी श्रोमणी गुरुद्वारा प्रबंधक कमेटी का, जिस विच 5 अहम मते जिहड़े वो पास किए गए सी, जिन्हां विचों एक सी 4 अक्तूबर यानी कि अज श्री दरबार साहब तो रोस मार्च कढ़ण दा। और उस तहत श्री दरबार साहब तो रोस मार्च जिहड़ा कढ़िया जा रहा है, जो कि श्रोमणी कमेटी प्रधान एडवोकेट हरजिंदर सिंह धामी की अगवाई हेठ समुची मैंबरान की जिहड़ी टीम है, एग्जैक्टिव कमेटी है, श्रोमणी गुरुद्वारा प्रबंधक कमेटी के श्री दरबार साहब का समुचा स्टाफ इस रोस मार्च में शामिल होया। जिस तरह प्रधान श्रोमणी कमेटी एडवोकेट धामी हरा ने दस्सिया कि जो 7 अक्तूबर को रोस मार्च कढ़े जाने सन, उन्हों की गिनती वधा के 3 कर दी गई है। जिथे तख्त श्री दमदमा साहब और तख्त श्री केसगढ़ साहब तो विशाल रोस मार्च कढ़े जाने ने, उत्थे ही हरियाणा की संगत वालों भी एक अंबाले तो गुरुद्वारा मंजी साहब तो एक विशाल रोस मार्च कढ़िया जाना। जो तिने रोस मार्च जो है ये श्री अकाल तख्त साहब विखे पहुँचणगे। तो 7 अक्तूबर को एक वड्डा हल्ला जिहड़ा वो मारिया जाना श्रोमणी गुरुद्वारा प्रबंधक कमेटी वालों, भारत सरकार के कन्ना तक आवाज़ पहुँचाने की कोशिश की जानी है तां जो सुप्रीम कोर्ट दे विच रिव्यू पटीशन पा के इस फैसले नूं पलटिया जा सके। हालांकि उस तो बाद यह भी संकेत दिता कि जे 7 अक्तूबर तो बाद भी भारत सरकार वालों कुछ नज़रसानी ना की गई, संजीदगी दे नाल इस मुद्दे नूं ना लिया गया, तो उस तो बाद भविख विच दिल्ली विखे जाके भी एक विशाल धरना जिहड़ा वो लाया जा सकता है। ਮਨਿੰਦਰ ਤੁਸੀਂ ਲਗਾਤਾਰ ਬਣੇ ਰਹਿਣਾ, ਤੁਹਾਡੇ ਤੋਂ ਅਸੀਂ ਲਗਾਤਾਰ ਤਸਵੀਰਾਂ ਤੇ ਅਪਡੇਟ ਆਪਣੇ ਦਰਸ਼ਕਾਂ ਨੂੰ ਪਹੁੰਚਾਵਾਂਗੇ। ਸੋ ਫਿਲਹਾਲ ਜਿਹੜਾ ਹੈ ਡੀਸੀ ਨੂੰ ਕਿਉਂਕਿ ਮੰਗ ਪੱਤਰ ਸੌਂਪਿਆ ਜਾਣਾ ਤੇ ਇਹ ਇੱਥੇ ਰੋਸ ਮੁਜ਼ਾਹਰਾ ਸ਼ਾਂਤਮਈ ਢੰਗ ਦੇ ਨਾਲ ਜ਼ਰੂਰ ਕੀਤਾ ਜਾ ਰਿਹਾ। ਕਾਲੀਆਂ ਝੰਡੀਆਂ, ਕਾਲੇ ਦੁਪੱਟੇ ਜਿਹੜੇ ਨੇ ਪਾਏ ਹੋਏ ਨੇ ਤੇ ਆਪਣੀ ਮੰਗ ਜਿਹੜੀ ਹੈ ਸਰਕਾਰ ਤੱਕ ਪਹੁੰਚਾਉਣ ਦੀ ਇੱਕ ਕੋਸ਼ਿਸ਼, ਰੋਸ ਵਿਖਾਵਾ ਜਿਹੜਾ ਇੱਥੇ ਕੀਤਾ ਜਾ ਰਿਹਾ ਹੈ। ਸੋ ਸ਼੍ਰੀ ਦਰਬਾਰ ਸਾਹਿਬ ਤੋਂ ਇਹ ਸ਼ੁਰੂ ਹੋਇਆ ਜੋ ਡੀਸੀ ਦਫ਼ਤਰ ਤੱਕ ਜਾਏਗਾ। 7 ਤਰੀਕ ਨੂੰ ਵੀ 3 ਜਿਹੜੇ ਨੇ ਰੋਸ ਮਾਰਚ ਕੱਢੇ ਜਾਣਗੇ।